Audio Jungle. Audio Jungle. ਕਿਰਤੀ ਲੋਕ ਟੀਵੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਅਰਮਾਨ ਧਾਲੀਵਾਲ। ਇੰਨੀ ਦਿਨ ਇੱਕ ਮਸਲਾ ਬਹੁਤ ਜ਼ਿਆਦਾ ਭਖਿਆ ਹੋਇਆ ਕਿਸਾਨਾਂ ਦੇ ਨਾਲ ਰਿਲੇਟਡ ਹੈ। ਦਿੱਲੀ ਦੇ ਵਿੱਚ ਕਿਸਾਨ ਬੈਠੇ ਨੇ, ਪਰ ਫਿਰ ਵੀ ਜੋ ਮਾਰੂ ਕਾਨੂੰਨ ਕੇਂਦਰ ਸਰਕਾਰ ਲਿਆ ਰਹੀ ਹੈ, ਲਗਾਤਾਰ ਲਿਆ ਰਹੀ ਹੈ, ਉਸ ਦਾ ਇੱਕ ਮਾਰੂ ਕਾਨੂੰਨ ਹੈਗਾ ਜੋ ਭਾਰਤਮਾਲਾ ਪਰਿਯੋਜਨਾ ਜੋ ਸਰਕਾਰ ਲੈ ਕੇ ਆਈ ਹੈ, ਉਹਦੇ ਤਹਿਤ ਰੋਡ ਨਿਕਲ ਰਹੇ ਨੇ। ਕਿਸਾਨਾਂ ਦਾ ਰੋਸ ਆ, ਪਹਿਲੀ ਤਾਂ ਸਾਨੂੰ ਵੀ ਲੋੜ ਨਹੀਂ ਇਹਨਾਂ ਰੋਡਾਂ ਦੀ, ਦੂਸਰਾ ਹੈ ਵੀ ਜੇ ਲੋੜ ਹੈ ਤਾਂ ਸਾਨੂੰ ਮੁਆਵਜ਼ਾ ਉਹਦਾ ਚੰਗੀ ਤਰ੍ਹਾਂ ਦਿੱਤਾ ਜਾਵੇ। ਇਸ ਸੰਬੰਧੀ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਡਿੱਕੀ ਜੱਜੀ ਜੋ ਕੋਆਰਡੀਨੇਟਰ ਨੇ ਪੰਜਾਬ ਸੰਘਰਸ਼ ਕਮੇਟੀ ਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਾਈ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਹਾਂ ਬਿਲਕੁਲ ਠੀਕ ਹੈ ਬਾਈ ਜੀ, ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਸੀ, ਮੈਂ ਪਹਿਲਾਂ ਤੁਹਾਡਾ ਜਿਹੜਾ ਚੈਨਲ ਹੈ ਇਹਦੇ ਬਿਹਾਫ ਤੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਹਰ ਜਗ੍ਹਾ ਤੇ ਜਾ ਕੇ ਕਵਰੇਜ ਕਰ ਰਹੇ ਹੋ ਤੇ ਬੜੀ ਮਿਹਨਤ ਕਰ ਰਹੇ ਹੋ। ਮੈਂ ਬੇਨਤੀ ਕਰੂੰਗਾ ਸਾਰੇ ਮੇਰੇ ਭਰਾਵਾਂ ਨੂੰ ਕਿ ਇਹ ਲਾਈਕ ਜ਼ਰੂਰ ਕਰੋ ਯਾਰ, ਇੰਨੀ ਮਿਹਨਤ ਕਰਦੇ। ਦੇਖੋ ਹੁਣ ਵੀ ਬਠਿੰਡੇ ਤੋਂ ਚੱਲ ਕੇ ਆਏ ਆ, ਇਸ ਵੇਲੇ ਲੋਕ ਸੁੱਤੇ ਪਏ ਹੋਣਗੇ ਇਸ ਵੇਲੇ ਤਕਰੀਬਨ, ਜਿਸ ਵੇਲੇ ਮੇਰੇ ਕੋਲੇ ਘਰ ਪਹੁੰਚ ਚੁੱਕੇ ਆ। ਬਾਈ ਜੀ ਪਹਿਲਾਂ ਵੀ ਆਪਣੀ ਗੱਲਬਾਤ ਹੋ ਚੁੱਕੀ ਹੈ ਇਸ ਮਸਲੇ ਤੇ, ਤੁਸੀਂ ਸਾਰਾ ਕੁਝ ਬਰੀਕੀ 'ਚ ਦੱਸ ਚੁੱਕੇ ਹੋ, ਪਰ ਹੁਣ ਅਗਲਾ ਕੀ ਮਸਲਾ ਹੈਗਾ ਵੀ ਕਾਫੀ ਲੋਕ ਪਰੇਸ਼ਾਨ ਵੀ ਨੇ ਇਸ ਚੀਜ਼ ਨੂੰ ਲੈ ਕੇ, ਮੁਆਵਜ਼ੇ ਨੂੰ ਲੈ ਕੇ ਵੀ, ਜਾਂ ਇਹ ਸੜਕ ਲੰਘੂ ਜਾਂ ਨਾ ਲੰਘੂ, ਕੀ ਸਾਰੀ ਅਪਡੇਟ ਹੈਗੀਆਂ ਨੇ? ਮੈਂ ਪਹਿਲਾਂ ਤਾਂ ਇੱਕ ਲੋਕਾਂ ਨੂੰ ਇੱਕੋ ਹੀ ਅਪੀਲ ਕਰੂੰਗਾ ਕਿ ਥੋੜਾ ਜਿਹਾ ਸਹਿਯੋਗ ਦਿਓ ਤੇ ਪਰੇਸ਼ਾਨ ਨਾ ਹੋ, ਕਿਉਂਕਿ ਆਪਾਂ ਸਟੈਪ ਬਾਏ ਸਟੈਪ ਉੱਪਰ ਜਾ ਰਹੇ ਹਾਂ। ਪਰੇਸ਼ਾਨੀ ਆਪਾਂ ਨੂੰ ਨਹੀਂ ਹੋਣੀ ਚਾਹੀਦੀ, ਸਰਕਾਰ ਨੂੰ ਇਸ ਵੇਲੇ ਜਿਹਨੂੰ ਵਿਆਜ ਪੈ ਰਿਹਾ ਹੈ। ਆਪਾਂ ਕਾਹਦੇ ਲਈ ਪਰੇਸ਼ਾਨ ਹੋਣਾ? ਆਪਣਾ ਤਾਂ ਜਿਹੜਾ ਹੈਗਾ ਇਸ ਵੇਲੇ ਸੁਣਵਾਈ ਤੇ ਜਿਹੜਾ ਆਪਣਾ ਸੰਗਠਨ ਹੈ ਉਹ ਪੂਰਾ ਕਾਮਯਾਬ ਹੋ ਚੁੱਕਿਆ। ਇਸ ਵੇਲੇ ਆਪਾਂ 25,000 ਕਿਸਾਨ ਇੱਕ ਪਲੇਟਫਾਰਮ ਤੇ ਖੜੇ ਆ ਤੇ ਤੁਸੀਂ ਯਕੀਨ ਕਰੋ ਉਸ ਪਰਮਾਤਮਾ ਤੇ, ਜੇ ਆਪਾਂ 25,000 ਕਿਸਾਨ ਇੱਕ ਪਲੇਟਫਾਰਮ ਤੇ ਖੜੇ ਆ ਤਾਂ ਸਰਕਾਰ ਤਾਂ ਝੁਕੂਗੀ। ਬਾਈ ਜੀ ਇੱਕ ਪ੍ਰੈਸ ਕਾਨਫਰੰਸ ਦਾ ਅੱਜ ਹੈਗਾ ਮੁੱਦਾ ਜੋ ਚੰਡੀਗੜ੍ਹ ਦੇ ਵਿੱਚ ਬੁਲਾਈ ਗਈ ਹੈਗੀ ਅੱਜ ਦੀ ਤਰੀਕ ਦੇ ਵਿੱਚ, ਤਕਰੀਬਨ 12 ਵਜੇ। ਉਹ ਕੀ ਨੇ, ਸਾਰੇ ਜ਼ਿਲ੍ਹਿਆਂ ਦੀ ਆ ਜਾਂ ਕੀ ਅਪਡੇਟ ਦੇਣ ਲਈ, ਉਹਦੇ ਕੀ ਕਹਿਣਾ ਕਹੋਗੇ ਤੁਸੀਂ? ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਇਸ ਲਈ ਹੈ ਕਿ ਜਿਹੜੇ ਸਾਰੇ ਪਹਿਲਾਂ ਤਾਂ ਪੰਜਾਬ ਦੇ ਜਿੰਨੇ ਜ਼ਿਲ੍ਹੇ ਹੈ ਉਹਨਾਂ ਦੇ ਸਾਰੇ ਪ੍ਰਧਾਨ ਸਾਹਿਬ ਪਹੁੰਚ ਰਹੇ ਆ ਉੱਥੇ, ਤੇ ਦਲਾਲ ਸਾਹਿਬ ਵੀ ਆ ਰਹੇ ਆ ਦਿੱਲੀ ਤੋਂ, ਸਪੈਸ਼ਲ ਆ ਰਹੇ ਆ ਪ੍ਰੈਸ ਕਾਨਫਰੰਸ ਲਈ। ਤੇ ਉਹਦੇ ਵਿੱਚ ਸਾਰੀਆਂ ਅਸੀਂ ਜਿਹੜੀਆਂ ਸਰਕਾਰ ਨੂੰ ਚੇਤਾਵਨੀਆਂ ਵੀ ਦੇਣੀਆਂ, ਤੇ ਸਰਕਾਰ ਜੇ 2 ਪੈਸੇ ਉੱਪਰ ਗਈ ਹੈ ਤਾਂ ਉਹਦਾ ਧੰਨਵਾਦ ਵੀ ਕਰਾਂਗੇ। ਜਿੱਥੇ ਦੇਖੋ ਸਰਕਾਰ ਕੋਈ ਚੰਗਾ ਕੰਮ ਕਰੂਗੀ ਉਹਨੂੰ ਐਪਰੀਸ਼ੀਏਟ ਕਰਾਂਗੇ, ਜਿੱਥੇ ਨਹੀਂ ਕਰੂਗੀ ਤੇ ਉੱਥੇ ਫਿਰ ਉਹਨੂੰ ਜਿਹੜਾ ਕੁਝ ਆਪਾਂ ਕਰਦੇ ਆ ਤੇ ਸਾਰਿਆਂ ਨੂੰ ਪਤਾ ਹੀ ਹੈ, ਫਿਰ ਉੱਥੇ ਉਹਦੀ ਜਿਹੜੀ ਛਤਰੋਲ ਹੈ ਉਹ ਵੀ ਜ਼ਰੂਰੀ ਬਣਦੀ ਹੈ। ਤੇ ਦੇਖੋ ਜਿਹੜੀ ਸਾਡੀ ਲੜਾਈ ਹੈ, ਮੈਂ ਸਾਰੀ ਦੁਨੀਆ ਨੂੰ, ਸਾਰੇ ਪੰਜਾਬ ਨੂੰ, ਸਾਰੇ ਕਿਸਾਨਾਂ ਨੂੰ ਤੇ ਸਾਰੇ ਬਿਜ਼ਨਸਮੈਨ ਕਾਰੋਬਾਰੀਆਂ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਜਿਹੜਾ ਕਿਸਾਨ ਹੈ ਇਹ ਕਿਸਾਨ ਦਾ ਕਿੱਤਾ ਹੈ। ਜਿਵੇਂ ਕੋਈ ਕਿਸੇ ਦੀ ਦੁਕਾਨਦਾਰੀ ਹੋਊਗੀ, ਕਿਸੇ ਦੀ ਨੌਕਰੀ ਹੋਊਗੀ, ਇਹ ਸਾਡਾ ਇੱਕ ਕਿੱਤਾ ਹੈ। ਜਿਹੜੀ ਸਰਕਾਰ ਹੈ ਸਾਡਾ ਕਿੱਤਾ ਖੋਹਣ ਲੱਗੀ ਹੈ, ਉਹਦੇ ਬਦਲੇ ਇੱਕ ਮੁਆਵਜ਼ਾ ਹੁੰਦਾ ਹੈ ਜਿਹੜਾ ਕਿ ਪਹਿਲਾਂ ਇਹ 1.5 ਕਰੋੜ 2 ਕਰੋੜ ਤੱਕ ਦੇ ਚੁੱਕੀ ਹੈ ਸਰਕਾਰ। ਸਾਡੀ ਕੋਈ ਵੱਡੀ ਮੰਗ ਨਹੀਂ, ਅਸੀਂ ਕਹਿੰਦੇ ਕਿ ਜੇ ਪਹਿਲਾਂ ਦੇ ਚੁੱਕੇ ਆ, ਜੇ ਪਹਿਲਾਂ ਜਿਹੜੇ ਕਿਸਾਨਾਂ ਨੂੰ ਇਹ ਚੀਜ਼ ਮਿਲ ਚੁੱਕੀ ਹੈ ਤੇ ਜਿਹੜੇ ਹੋਣ ਵਾਲੇ ਕਿਸਾਨ ਇਹਨਾਂ ਦਾ ਕੀ ਕਸੂਰ ਹੈ ਵੀ ਉਹ ਕੱਟ ਕਰਕੇ ਦੇਣਾ ਉਹਨੂੰ ਤੁਸੀਂ 25 ਪੈਸੇ। ਤੇ ਦੇਖੋ ਜੇ ਕਿਸੇ ਦਾ ਵੀ ਕੋਈ ਰੁਜ਼ਗਾਰ ਸਰਕਾਰ 20 ਪੈਸੇ 25 ਪੈਸੇ 'ਚ ਖੋਹਣ ਦੀ ਕੋਸ਼ਿਸ਼ ਕਰੂਗੀ ਤਾਂ ਤੁਸੀਂ ਹਿਸਾਬ ਲਾ ਲਓ ਕਿਵੇਂ ਤੜਫਦੇ ਆਪਾਂ। ਮੈਂ ਤਾਂ ਕੈਪਟਨ ਸਾਹਿਬ ਨੂੰ ਵੀ ਇਹ ਗੱਲ ਬਾਰ-ਬਾਰ ਕਹਿ ਰਿਹਾ, ਤੁਹਾਡੇ ਚੈਨਲ ਦੇ ਥਰੂ ਵੀ ਕਹਿ ਰਹੇ ਹਾਂ ਕਿ ਜੇ ਤੁਹਾਡੀ ਤਨਖਾਹ 25 ਪੈਸੇ ਕਰ ਦਈਏ ਤਾਂ ਤੁਸੀਂ ਕੀ ਕਰੋਗੇ? ਸਭ ਤੋਂ ਪਹਿਲਾਂ ਜੇ ਸ਼ੁਰੂਆਤ ਕਰਨੀ ਹੈ ਕੈਪਟਨ ਸਾਹਿਬ ਨੇ, ਜਿਵੇਂ ਸਾਡੇ ਤੇ ਕਟੌਤੀ ਲਾਉਣ ਲੱਗੇ ਆ, ਤੇ ਪਹਿਲਾਂ ਆਪਦੇ ਤੇ ਲਾਉਣ, ਉਦੋਂ ਬਾਅਦ ਆਪਦੇ ਮੰਤਰੀਆਂ ਤੇ ਲਾਉਣ, ਉਦੋਂ ਬਾਅਦ ਆਪਦੇ ਡੀਸੀਆਂ ਤੇ ਲਾਉਣ, ਐਸਡੀਮਾਂ ਤੇ ਲਾਉਣ, ਸਾਰਾ ਤੇ ਕਟੌਤੀ ਲਾਉਣ। ਤੇ ਅਸੀਂ ਵੀ ਤਿਆਰ ਹਾਂ। ਤੇ ਸਾਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਜਾਂਦਾ ਹਰ ਮੋੜ ਤੇ? ਸਾਡੇ ਤਾਂ ਪਹਿਲਾਂ ਹੀ ਕਰਜ਼ੇ ਇੰਨੇ ਆ, ਤੁਸੀਂ ਯਕੀਨ ਕਰੋਗੇ। ਚਲੋ ਠੀਕ ਹੈ, ਮੇਰਾ ਘਰ-ਬਾਰ ਬਣਿਆ ਹੋਇਆ, ਮੇਰਾ ਪਰਿਵਾਰ ਬਾਹਰ ਬੈਠਾ, ਤੇ ਸਾਡੇ ਨਾਲ ਜਿਹੜਾ 25,000 ਕਿਸਾਨ, ਸਾਰਿਆਂ ਦਾ ਤਾਂ ਨਹੀਂ ਇਹ ਸਿਸਟਮ ਹੈਗਾ ਨਾ। ਕਿਸੇ ਕੋਲ 2 ਕਿੱਲੇ ਹੈ ਉਹਨਾਂ ਨੂੰ ਦੇ ਦੇਣਗੇ ਹੁਣ 50 ਲੱਖ ਰੁਪਈਆ ਲੈ ਲਓ ਜੀ ਤੁਸੀਂ, 2 ਕਿੱਲਿਆਂ ਦਾ 25 ਲੱਖ ਰੁਪਏ ਦੇ ਹਿਸਾਬ ਨਾਲ ਲੈ ਲਓ, ਵੱਧ ਤੋਂ ਵੱਧ ਇਹੀ ਕਰਨਾ ਚਾਹੁੰਦੀ ਹੈ ਸਰਕਾਰ। ਉਹ ਕੀ ਕਰੂਗਾ? ਉਹ 50 ਲੱਖ 'ਚ ਕੀ ਕਰੂਗਾ? ਉਹ ਜਵਾਕ ਨੂੰ ਬਾਹਰ ਭੇਜੂਗਾ ਕਿ ਰੋਟੀ ਖਾਊਗਾ ਕਿ ਕਮਾਊਗਾ? ਤੇ ਨਹੀਂ, 2 ਲੱਖ ਆਪਣਾ 2 ਕਿੱਲਿਆਂ ਵਾਲਾ ਜਿਹੜਾ ਕਿਸਾਨ ਹੈ ਉਹ ਇਸ ਵੇਲੇ ਚਾਹੇ ਡੰਗਰ ਰੱਖ ਕੇ, ਚਾਹੇ ਦੁੱਧ ਪਾ ਕੇ, ਚਾਹੇ ਕੁਛ ਕਰਕੇ ਰੋਟੀ ਤਾਂ ਖਾ ਰਿਹਾ ਨਾ। ਤੇ ਸਰਕਾਰ ਨੂੰ ਚਿੰਤਾ ਹੀ ਨਹੀਂ। ਸਰਕਾਰ ਨੂੰ ਤਾਂ ਹੈਗਾ ਜੀ ਬਸ ਜੀ ਇਹ ਜਿਹੜਾ ਅਪਗ੍ਰੇਡ ਕਰਨਾ ਤੁਹਾਡਾ ਲਾਈਫ ਸਟਾਈਲ। ਕਾਹਦਾ ਅਪਗ੍ਰੇਡ ਕਰਨਾ? ਮਾਰ ਕੇ ਅਪਗ੍ਰੇਡ ਕਰਨਾ ਸਾਨੂੰ। ਤੇ ਸਾਡੀ ਜਿਹੜੀ ਲੜਾਈ ਹੈ, ਜਿਹੜਾ ਹੁਣ ਅੱਜ ਅਸੀਂ ਇਕੱਠ ਕਰ ਰਹੇ ਹਾਂ, ਜਿਹੜਾ ਸਾਡਾ ਹੱਕ ਹੈ, ਸਿਰਫ ਅਸੀਂ ਆਪਣਾ ਹੱਕ ਮੰਗਦੇ, ਅਸੀਂ ਕੁਝ ਨਹੀਂ ਚਾਹੁੰਦੇ, 1 ਪੈਸਾ ਵੀ ਨਹੀਂ ਵੱਧ ਚਾਹੁੰਦੇ ਹੱਕ ਤੋਂ। ਜੋ ਸਰਕਾਰ ਨੇ ਪਹਿਲਾਂ ਦਿੱਤਾ ਸਾਨੂੰ ਚਲੋ ਉਹੀ ਦੇ ਸਰਕਾਰ, ਅਸੀਂ ਸੰਤੁਸ਼ਟ ਹੈ, ਪਰ ਕੱਟ ਨਹੀਂ ਅਸੀਂ ਲੱਗਣ ਦੇਵਾਂਗੇ। ਅੱਜ ਜਿਹੜੀ ਮੀਟਿੰਗ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਜਿੰਨਾ ਇਹ 2 ਪੈਸੇ ਉੱਪਰ ਗਏ ਆ, ਜੇ ਅਸੀਂ ਪਹਿਲਾਂ ਸਾਨੂੰ ਦਿੰਦੇ ਸੀਗੇ, ਜਿਵੇਂ ਸਾਡੀ ਜ਼ਮੀਨ ਦਾ ਰੇਟ ਲਾਇਆ ਸੀ ਨਾ 6 ਲੱਖ 9 ਲੱਖ, ਤੇ ਹੁਣ ਉਹਨਾਂ ਨੇ ਰਿਵਾਈਜ਼ ਕਰਤੇ ਕਲੈਕਟਰ ਰੇਟ, ਤੇ ਮੈਨੂੰ ਲੱਗਦਾ ਹੁਣ 10 ਲੱਖ ਰੁਪਏ ਤੱਕ ਇਹ ਲੈ ਕੇ ਗਏ ਆ। ਤੇ ਜਿਹੜਾ ਇਹ 10 ਲੱਖ ਰੁਪਇਆ ਕਹਿੰਦੇ ਆ ਤੇ ਅਸੀਂ ਉਸ ਗੱਲ ਤੇ ਸੰਤੁਸ਼ਟ ਨਹੀਂ। ਜਿਹੜੇ ਅਜਾੜੇ ਭੱਤੇ ਜਾਂ ਮਲਟੀਪਲਾਈ ਫੈਕਟਰ, ਉਹ ਤਾਂ ਸਾਡੇ ਹੱਕ ਹੈ, ਉਹ ਤਾਂ ਸਾਡੇ ਹੱਕ ਹੈ, ਸਾਡੇ ਰਾਈਟ ਆ। ਤੇ ਉਹਨਾਂ ਨੂੰ ਜੇ ਰੇਟ ਦੇ ਵਿੱਚ ਗਿਣਦੇ ਆ ਤਾਂ ਸਰਕਾਰ ਬਹੁਤ ਵੱਡੀ ਗਲਤੀ ਕਰ ਰਹੀ ਹੈ। ਤੇ ਸਾਡਾ ਜਿਹੜਾ ਪ੍ਰੋਪਰ ਪਹਿਲਾਂ ਰੇਟ ਲਾਵੇ,
ਰੇਟ ਤੋਂ ਬਾਅਦ ਸਾਡਾ ਜਿਹੜਾ ਮਲਟੀਪਲਾਈ ਫੈਕਟਰ ਆ ਉਹ ਕਰੇ, ਤੇ ਜਿਹੜਾ ਸਾਡੇ ਜਾੜੇ ਭੱਤੇ ਆ ਪ੍ਰੋਪਰ ਉਹ ਕਰਕੇ ਕਿਸਾਨਾਂ ਨੂੰ ਜੇ ਹੱਕ ਦੇਊਗੀ ਫਿਰ ਅਸੀਂ ਕੋਈ ਉਹਦੀ ਸਰਕਾਰ ਦੀ ਗੱਲ ਸੁਣਾਂਗੇ। ਅਦਰਵਾਈਜ਼ ਅਸੀਂ ਸਰਕਾਰ ਦੇ ਨਾਲ ਸਾਡੇ ਜਿਹੜੇ ਹੈਗੇ ਦੋ ਦੋ ਹੱਥ ਹੋਣਗੇ। ਇੱਕ ਬੜਾ ਜਦੋਂ ਮੈਂ ਪਿੰਡਾਂ 'ਚ ਜਾਂਦਾ ਕਿਸਾਨਾਂ ਨੂੰ ਮਿਲਦਾ ਬੜਾ ਦੁਖਾਂਤ ਹੈ, ਕਹਿੰਦੇ ਜੀ ਜੇ ਹਿੱਸੇਦਾਰ ਹੈ ਜਿੰਨੇ, ਜੇ 4 ਹਿੱਸੇਦਾਰ ਆ ਤਾਂ ਚਾਰਾਂ ਨੂੰ ਪੈਸੇ ਮਿਲਣਗੇ, ਕਬਜ਼ਾ ਚਾਹੇ 20 ਸਾਲ ਦਾ ਮੇਰਾ ਹੈ, ਸਰਕਾਰ ਨੂੰ ਕੋਈ ਮਤਲਬ ਨਹੀਂ। ਤੇ ਫਿਰ ਠੀਕ ਹੈ, ਜੇ ਸਰਕਾਰ ਇਸ ਮਨਸ਼ਾ ਦੇ ਨਾਲ ਆ ਰਹੀ ਹੈ ਤੇ ਜਿਹਨੂੰ ਪੈਸੇ ਦੇਊਗੀ ਜਿੱਥੇ ਉਹਦਾ ਹਿੱਸਾ ਬਣਦਾ ਤੇ ਉੱਥੇ ਜਾ ਕੇ ਜ਼ਮੀਨ ਲੈ ਲੇ। ਇਹ ਕੀ ਮਤਲਬ, ਜ਼ਮੀਨ ਮੇਰੀ ਲੈਣੀ ਹੈ ਤੇ ਪੈਸੇ ਅਸੀਂ 4 ਨੂੰ ਦੇਣੇ ਆ। ਤੇ ਸਰਕਾਰ ਇਸ ਗੱਲ ਤੇ ਵਿਚਾਰ ਕਰੇ, ਤੇ ਅਦਰਵਾਈਜ਼ ਜੇ ਸਰਕਾਰ ਜਿਹਨੂੰ ਪੈਸੇ ਦਊ ਜਿੱਥੇ ਕਾਬਜ ਹੋਊਗਾ ਜ਼ਮੀਨ ਵੀ ਉੱਥੇ ਹੀ ਲੈ ਲੇ। ਫਿਰ ਅਸੀਂ ਜਿਹੜੇ ਕਾਬਜ ਬੰਦੇ ਆ ਅਸੀਂ ਉਹਨਾਂ ਦੇ ਨਾਲ ਖੜਾਂਗੇ, ਜਿੱਥੇ ਤੱਕ ਹੋ ਸਕਦਾ ਅਸੀਂ ਸਰਕਾਰ ਨੂੰ ਫਿਰ ਉੱਥੇ ਜਿਹੜਾ ਹੈਗਾ ਜ਼ਮੀਨ ਨਹੀਂ ਦੇਵਾਂਗੇ। ਜਿਵੇਂ ਤੁਸੀਂ ਕਿਹਾ ਵੀ ਕੁਛ ਨਾ ਕੁਛ ਉਹਨਾਂ ਨੇ ਪੈਸੇ ਵਧਾਏ ਨੇ, ਜੋ ਕਲੈਕਟਰੇਟ ਵਿੱਚ ਵਾਧਾ ਕੀਤਾ ਨੇ, ਕੀ ਤੁਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ, ਉਹ ਇਸ ਤੋਂ ਸੰਤੁਸ਼ਟ ਨੇ? ਜਿਹੜੇ ਪੈਸੇ ਕਲੈਕਟਰੇਟ ਦੇ ਵਧਾਏ ਆ ਨਾ, ਇਹ ਵੀ ਸਰਕਾਰ ਦੀ ਇੱਕ ਸਾਜ਼ਿਸ਼ ਹੈ। ਸਰਕਾਰ ਨੇ 3 ਸਾਲਾਂ ਤੋਂ ਕਲੈਕਟਰੇਟ ਵਧਾਏ ਹੀ ਨਹੀਂਗੇ। ਉਹਨਾਂ ਨੂੰ ਪਤਾ ਸੀ ਕਿ ਕਿਸਾਨ ਕੋਰਟ 'ਚ ਜਾਣਗੇ। ਇਹ ਬਹੁਤ ਮਤਲਬ ਹਰੇਕ ਥਾਂ ਤੇ ਚਾਲ ਹੈ ਇਹਨਾਂ ਦੀ, ਸਾਨੂੰ ਦੇਣਾ ਨਹੀਂ ਕੁਝ ਚਾਹੁੰਦੇ ਇਹ। ਮੈਂ ਤੁਹਾਨੂੰ ਸੱਚੀ ਗੱਲ ਦੱਸ ਦਿੰਦਾ, ਕਿਸਾਨ ਭਰਾਵੋ ਹੌਸਲਾ ਰੱਖੋ, ਆਪਾਂ ਲਵਾਂਗੇ, ਜੁੱਤੀਆਂ ਨਾਲ ਲਵਾਂਗੇ। ਪਰ ਜੋ ਸਰਕਾਰ ਇਹ ਕਰ ਰਹੀ ਹੈ, ਜਿਹੜਾ 3 ਸਾਲ ਤੋਂ ਕਲੈਕਟਰੇਟ ਨਹੀਂ ਵਧਾਇਆ, ਸਰਕਾਰ ਦੀ ਇੱਕ ਸਾਜ਼ਿਸ਼ ਸੀ। ਉਹਨੂੰ ਪਤਾ ਸੀ ਕਿ ਕੋਰਟ ਇੱਥੇ ਉਹਦੇ ਛਿੱਤਰ ਮਾਰੂਗੀ ਤੇ ਉਹਨਾਂ ਨੂੰ ਵਧਾਉਣਾ ਪੈਣਾ, ਤੇ ਫਿਰ ਜਦੋਂ ਕੋਰਟ ਵਿੱਚ ਇਨਵੋਲਡ ਹੁੰਦੀ ਕੋਰਟ ਦੇ ਹਿਸਾਬ ਨਾਲ ਵਧਾਉਣਾ ਪੈਂਦਾ। ਹੁਣ ਇਹਨਾਂ ਨੇ ਉਹਦੀ ਇੱਕ ਖਾਨਾ ਪੂਰਤੀ ਕਰਤੀ। ਖਾਨਾ ਪੂਰਤੀ ਹੈ ਕਿ 9 ਲੱਖ ਵਾਲੇ ਦਾ ਜੀ 10.5 2 ਲੱਖ ਰੁਪਇਆ ਵਧਾ ਦਿਓ, ਤੇ ਪਹਿਲਾਂ ਘਟਾਈ ਵੀ ਇਹਨਾਂ ਨਹੀਂ ਸੀਗੇ। ਜਿਹੜੀ ਕਾਂਗਰਸ ਸਰਕਾਰ ਹੈ, ਕੈਪਟਨ ਸਾਹਿਬ ਨੇ ਪਹਿਲਾਂ ਇਹਨਾਂ ਦੇ ਜਿਹੜੇ ਸੀਗੇ ਰੇਟ ਘਟਾਏ ਸੀਗੇ, ਕਿਉਂਕਿ ਆਹੀ ਸੀਗਾ ਜਿਹੜੀਆਂ ਕੰਪਨੀਆਂ, ਜਿਹੜੇ ਇਹ ਘਰਾਣੇ ਹੈ ਅਡਾਨੀ ਬਾਨੀ ਅਰਗੇ, ਇਹਨਾਂ ਨਾਲ ਹੱਥ ਮਿਲਾਏ ਹੋਏ ਆ, ਕਿਉਂਕਿ ਇਹਨਾਂ ਦੇ ਹੱਥ ਬੜੇ ਲੰਬੇ ਆ ਕੰਪਨੀਆਂ ਦੇ। ਜਿਹੜੇ ਕਿਸਾਨ ਹੈ ਵਿਚਾਰੇ ਕਿੰਨਾ ਕੈਪਟਨ ਸਾਹਿਬ ਨੂੰ ਕਦੇ ਮਿਲ ਹੀ ਨਹੀਂ ਹੋਣਗੇ। ਠੀਕ ਹੈ, ਅਸੀਂ ਇੱਕ ਵੋਟਾਂ ਪਾ ਦਿੰਦੇ ਆ ਬਾਈ ਜੀ, ਉਦੋਂ ਬਾਅਦ ਤਾਂ ਜਿਹੜੇ ਇਹ ਬਿਊਰੋਕਰੇਟਸ ਦੇ ਨਾਲ ਇਹਨਾਂ ਦੇ ਹੱਥ ਮਿਲ ਜਾਂਦੇ ਆ। ਜਿੰਨੇ ਵੀ ਮੰਤਰੀ ਆ ਇਹਨਾਂ ਦੇ ਜਾਂ ਮੁੱਖ ਮੰਤਰੀ ਆ, ਤੇ ਅਸੀਂ ਹੁਣ ਧੱਕੇ ਖਾਂਦੇ ਤੁਰੇ ਫਿਰਦੇ ਆ। ਕੋਈ ਗੱਲ ਨਹੀਂ, ਐਤਕੀ ਅਸੀਂ ਇਸ ਚੀਜ਼ ਤੇ ਵੀ ਵਿਚਾਰ ਕਰਾਂਗੇ। ਜੇ ਸਰਕਾਰ ਸਾਡੇ ਨਾਲ ਧੋਖਾ ਕਰੂਗੀ ਤੇ ਆਉਣ ਵਾਲੇ ਸਮੇਂ 'ਚ ਉਹਨੂੰ ਫਿਰ ਇਸ ਚੀਜ਼ ਦਾ ਹਰਜਾਨਾ ਵੀ ਭੁਗਤਣਾ ਪਊਗਾ। ਇੱਕ ਲਾਸਟ ਸਵਾਲ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਕਲੈਕਟਰੇਟ ਵਿੱਚ ਵਾਧਾ ਕੀਤਾ, ਪਰ ਜਿਵੇਂ ਕਿ ਕਾਫੀ ਨੋਟੀਫਿਕੇਸ਼ਨ ਹੋ ਚੁੱਕੇ ਨੇ, ਸੜਕ ਦੇ 3D ਵੀ ਲਗਭਗ ਹੋ ਚੁੱਕਿਆ, ਕੀ ਹੋਣ ਵਾਲਾ ਕਲੈਕਟਰ ਰੇਟ ਜੋ ਹੁਣ ਵਾਧਾ ਕੀਤਾ ਗਿਆ ਉਹ ਲਾਗੂ ਹੋਵੇਗਾ? ਦੇਖੋ, ਜਿਹੜਾ ਕੈਪਟਨ ਸਰਕਾਰ ਨੂੰ ਸਾਰਾ ਕੁਝ ਪਤਾ ਸੀ ਕਿ ਅਸੀਂ ਕੀ ਕਰ ਰਹੇ ਹਾਂ, ਸਾਨੂੰ ਨਹੀਂ ਪਤਾ ਸੀਗਾ। ਸਾਨੂੰ ਤਾਂ ਜਦੋਂ ਸਾਡੇ ਕੋਲ ਨੋਟਿਸ ਆਏ ਉਦੋਂ ਪਤਾ ਲੱਗਿਆ। ਤੇ ਮੈਂ ਇੱਕ ਡੀਸੀ ਦੀ ਮੀਟਿੰਗ ਦੇ ਵਿੱਚ ਗਿਆ ਸੀ, ਉਹਦੇ ਅਲਫਾਜ਼ ਹੈ ਕੀ ਨਹੀਂ ਮੈਨੂੰ ਨਹੀਂ ਪਤਾ ਇਸ ਗੱਲ ਬਾਰੇ, ਪਰ ਜੋ ਡੀਸੀ ਹੈ, ਤੇ ਮੈਂ ਮੰਨਦਾ ਕਿ ਇੱਕ ਉਹ ਜ਼ਿੰਮੇਵਾਰ ਬੰਦਾ ਵਿਅਕਤੀ ਹੁੰਦਾ ਹੈ, ਕੋਈ ਮਤਲਬ ਛੋਟੀ ਕੁਰਸੀ ਨਹੀਂ ਡੀਸੀ ਦੀ। ਉਸਨੇ ਕਿਹਾ ਕਿ 3D ਇਹ ਤੋਂ ਪਹਿਲਾਂ ਜੇ ਨੋਟੀਫਿਕੇਸ਼ਨ ਹੋ ਜਾਂਦੀ ਤਾਂ ਇਹ ਲਾਗੂ ਹੈ। ਤੇ ਹੁਣ ਸਰਕਾਰ ਹੱਥਕੰਡੇ ਅਪਣਾ ਰਹੀ ਹੈ, ਭੱਜੀ ਭੁੱਜੀ ਫਿਰਦੀ ਹੈ, ਤੇ ਪਤਾ ਨਹੀਂ ਕਹਿੰਦੇ ਜੀ ਹੁਣ ਸੈਂਟਰ ਤੋਂ ਉਹੀ ਮਤਲਬ ਜਿਹੜਾ ਕੰਮ ਇਹ ਸਾਡਾ ਪੰਜਾਬ ਸਰਕਾਰ ਕਰ ਸਕਦੀ ਸੀ, ਉਹਨੇ ਸੈਂਟਰ ਤੋਂ ਪ੍ਰਵਾਨਗੀ ਲੈਣਗੇ ਤੇ ਫਿਰ ਉਹ ਪ੍ਰਵਾਨਗੀ ਦਿੰਦੇ ਆ, ਤੇ ਉਦੋਂ ਬਾਅਦ ਲਾਗੂ ਹੋਣਗੇ ਨਾ ਹੋਣਗੇ ਇਹ ਬਾਅਦ ਦਾ ਮੈਟਰ ਹੈ। ਪਰ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਹੁਣ ਹੱਥ ਪੈਰ ਮਾਰ ਰਹੀ ਹੈ। ਜਦੋਂ ਅਸੀਂ ਉੱਠ ਖੜੇ, ਤੇ ਜੇ ਆਪਾਂ ਕਿਤੇ ਨਾ ਉੱਠਦੇ ਤੇ ਫਿਰ ਬੜਾ ਵੱਡਾ ਨੁਕਸਾਨ ਸੀ ਆਪਣਾ ਕਿਸਾਨਾਂ ਦਾ। ਫਿਰ ਤਾਂ ਤੁਸੀਂ ਇਹ ਸੋਚ ਲਓ ਬਾਈ ਜੀ, ਹੁਣ ਤੱਕ ਮੈਨੂੰ ਲੱਗਦਾ ਥੋੜ੍ਹੀਆਂ ਜ਼ਮੀਨਾਂ ਤੇ ਕਬਜ਼ੇ ਵੀ ਹੋ ਜਾਣੇ ਸੀਗੇ, ਤੇ ਤੁਹਾਨੂੰ ਰੁਪਈਏ ਵੀ ਝਟਕਾ ਕੇ ਦੇਣੇ ਸੀ ਸਰਕਾਰ ਨੇ। ਨਾ ਤੁਹਾਨੂੰ ਕੋਈ ਸਰਵਿਸ ਲੈਣ ਦੇਣੀ ਸੀ, ਨਾ ਕੋਈ ਅੰਡਰਪਾਸ ਦੇਣਾ ਸੀ। ਤੇ ਮਤਲਬ ਇਹ ਐਂ ਕਰ ਰਹੇ ਸੀ ਜਿਵੇਂ ਨਾ ਮਤਲਬ ਜਿਹੜੀਆਂ ਸਾਡੀਆਂ ਜ਼ਮੀਨਾਂ, ਜਿਵੇਂ ਤੁਸੀਂ ਕੀ ਸੋਚੋ ਵੀ ਹਰਾਮ ਦੀਆਂ ਲਾ ਲਓ ਤੁਸੀਂ ਸਰਕਾਰ ਦੇ। ਮਤਲਬ ਸਰਕਾਰ ਨੂੰ ਐਂ ਲੱਗਦਾ ਵੀ ਸਾਨੂੰ ਤਾਂ ਇਹ ਮੁਫਤ ਦੀਆਂ ਜ਼ਮੀਨਾਂ ਮਿਲੀਆਂ ਵੀਆਂ, ਤੇ ਉਹ ਇਸ ਢੰਗ ਨਾਲ ਸਿੱਟਣ ਨੂੰ, ਸਾਡੇ ਤੋਂ ਖੋਹਣ ਨੂੰ, ਤੇ ਸੈਂਟਰ ਸਰਕਾਰ ਨੂੰ ਦੇਣ ਨੂੰ ਤਿਆਰ ਹੋਈ ਖੜੀ ਸੀ। ਪਰ ਜੇ ਹੁਣ ਆਪਾਂ ਕਿਸਾਨ ਉੱਠ ਖੜੇ, ਆਪਾਂ ਇਕਜੁੱਟ ਹੋ ਚੁੱਕੇ ਆ, ਤੇ ਹੁਣ ਥੋੜਾ ਜਿਹਾ ਹੌਸਲਾ ਰੱਖਣ ਮੇਰੇ ਕਿਸਾਨ ਵੀਰ। ਤੇ ਜੇ ਆਪਾਂ ਥੋੜਾ ਜਿਹਾ ਹੌਸਲਾ ਰੱਖ ਲਿਆ, ਤੇ ਤੁਸੀਂ ਐਂ ਲਾ ਲਓ ਸਰਕਾਰ ਨੂੰ ਦੇਖਿਓ, ਤੁਸੀਂ ਵਾਹਣੀ ਪੈਂਦੀ ਦੇਖਿਓ। ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ, ਇਹਦੇ 'ਚ ਆਪਾਂ ਅਗਲੀ ਰਣਨੀਤੀ ਵੀ ਦੱਸਾਂਗੇ। ਤੇ ਜਿਹੜਾ ਆਪਣਾ ਤੁਹਾਡਾ ਚੈਨਲ ਆ ਬਾਈ ਜੀ, ਮੈਂ ਫਿਰ ਬੇਨਤੀ ਕਰੂੰਗਾ ਇਹਨੂੰ ਯਾਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਸਾਰੇ ਭਰਾ। ਤੇ ਮੈਂ ਬੇਨਤੀ ਕਰੂੰ ਸਾਰੇ ਭਰਾਵਾਂ ਨੂੰ ਮੇਰੀ ਗੱਲ ਨੂੰ ਜਿਹੜਾ ਹੈਗਾ ਇਹ ਗੌਰ ਨਾਲ ਸੁਣਨ, ਤੇ ਅੱਗੇ ਸਾਰਿਆਂ ਨੂੰ ਭੇਜਣ ਵੀ, ਸੈਂਡ ਕਰਨ ਮੈਸੇਜ। ਤੁਸੀਂ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਬਾਈ ਜੀ, ਥੈਂਕ ਯੂ। ਇਹ ਸਨ ਡਿੱਕੀ ਜੱਜੀ ਜੀ, ਜਿਨ੍ਹਾਂ ਨੇ ਸਾਫ਼-ਸਾਫ਼ ਦੱਸਿਆ ਜੋ ਲੜਾਈ ਜੋ ਲੜ ਰਹੇ ਆ, ਕਿਸਾਨਾਂ ਦੀ ਜੋ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਕੋਡੀਆਂ ਦੇ ਭਾਅ, ਉਹਨਾਂ ਦੀ ਲੜਾਈ ਅੱਗੇ ਹੋ ਕੇ ਲੜ ਰਹੇ ਨੇ। ਪਰ ਸਰਕਾਰ ਅੱਗੇ ਕੀ ਫੈਸਲਾ ਕਰਦੀ ਆ ਇਹ ਸਮਾਂ ਦੱਸੇਗਾ। ਕੈਮਰਾਮੈਨ ਸੁਖਦੇਵ ਧਾਲੀਵਾਲ ਦੇ ਨਾਲ ਮੈਂ ਅਰਮਾਨ ਧਾਲੀਵਾਲ, ਧੰਨਵਾਦ।